ਹਾਂਜੀ, ਕਿਵੇਂ ਹੋ ਬਾਈ ਸਾਰੇ? ਤੇ ਬਾਈ ਹਾਜ਼ਰ ਹੋਏ ਹਾਂ ਤੁਹਾਡੇ ਅੱਗੇ ਇੱਕ ਨਵਾਂ ਪੋਡਕਾਸਟ ਲੈ ਕੇ। ਤੇ ਪੋਡਕਾਸਟ ਦੇ ਟੌਪਿਕ ਦੀ ਗੱਲ ਕਰੀਏ ਤਾਂ ਬਹੁਤ ਸੋਹਣਾ ਟੌਪਿਕ ਬਈ ਅੱਜ ਆਪਾਂ ਚੂਜ਼ ਕੀਤਾ ਵਾ। ਆਪਾਂ ਨੂੰ ਮੌਕਾ ਮਿਲਿਆ ਟੌਪਿਕ 'ਤੇ ਗੱਲ ਕਰਨ ਦਾ, ਘਰੇਲੂ ਗੱਲਾਂ ਬਾਰੇ ਹੀ ਆ, ਰਿਲੇਸ਼ਨ ਬਾਰੇ ਹੀ ਆ, ਰਿਸ਼ਤਿਆਂ ਬਾਰੇ ਹੀ ਆ। ਬਹੁਤ ਸੋਹਣਾ ਟੌਪਿਕ ਆ, ਬਹੁਤ ਵਧੀਆ ਗੱਲਾਂ ਮੈਮ ਨੇ ਦੱਸੀਆਂ ਨੇ, ਸਰ ਨੇ ਦੱਸੀਆਂ ਨੇ। ਅਤੇ ਕਪਲ ਆਇਆ ਸੀ, ਸੋਹਣਾ ਜਿਹਾ ਕਪਲ ਆਇਆ ਸੀ, ਵਧੀਆ ਜਿਹੀਆਂ ਗੱਲਾਂ ਕੀਤੀਆਂ ਉਹਨਾਂ ਨਾਲ। ਅਤੇ ਬਈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਆਪਣਾ ਪੋਡਕਾਸਟ ਸਪੋਟੀਫਾਈ ਹੋ ਗਿਆ, ਐਮਾਜ਼ੋਨ ਮਿਊਜ਼ਿਕ ਹੋ ਗਿਆ ਅਤੇ ਐਪਲ ਪੋਡਕਾਸਟ 'ਤੇ ਵੀ ਅਵੇਲੇਬਲ ਆ, ਤੁਸੀਂ ਉੱਥੇ ਜਾ ਕੇ ਵੀ ਦੇਖ ਸਕਦੇ ਹੋ। ਅਤੇ ਵੀਡੀਓ ਜੇ ਸ਼ੁਰੂ ਕਰ ਹੀ ਲਿੱਤੀ ਆ ਬਾਈ, ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ ਅਤੇ ਸੋਹਣਾ ਜਿਹਾ ਕਮੈਂਟ ਕਰ ਦਿਓ ਅਤੇ ਵੀਡੀਓ ਨੂੰ ਇੰਜੋਏ ਕਰੋ। ਸੋ ਕਰਦੇ ਹਾਂ ਅੱਜ ਦਾ ਪੋਡਕਾਸਟ ਸ਼ੁਰੂ। ਅਤੇ ਅੱਜ ਸਾਡੇ ਨਾਲ ਨੇ ਰਜਨੀਸ਼ ਸਰ ਅਤੇ ਰਜਨੀ ਮੈਮ। ਸਰ ਪਹਿਲਾਂ ਤਾਂ ਕੀ ਹਾਲ ਨੇ ਮੈਮ, ਤੁਹਾਡੇ ਕੀ ਹਾਲ ਨੇ? ਬਹੁਤ ਵਧੀਆ, ਬਹੁਤ ਵਧੀਆ। ਸੋ ਸਰ ਨਾ ਬਹੁਤ ਵਧੀਆ ਟੌਪਿਕ 'ਤੇ ਨਾ ਸੈਮੀਨਾਰ ਲੈ ਕੇ ਆ ਰਹੇ ਨੇ, ਅਤੇ ਮੈਨੂੰ ਲੱਗਦਾ ਕਿ ਇਹ ਟੌਪਿਕ ਨਾ ਅੱਜ ਤੱਕ ਕਿਸੇ ਨੇ ਨਹੀਂ ਅੱਗੇ ਲੈ ਕੇ ਆਉਂਦਾ, ਜੋ ਕਿ ਬਹੁਤ ਜ਼ਰੂਰਤ ਵੀ ਆ ਜਿਸ ਚੀਜ਼ ਦੀ, ਅਤੇ ਅੱਜ ਕੱਲ੍ਹ ਘਰ ਘਰ ਦੇ ਵਿੱਚ ਇਸ ਚੀਜ਼ ਦੀ ਰਿਕੁਆਇਰਮੈਂਟ ਹੈਗੀ ਆ। ਅਤੇ ਸਰ ਥੋੜ੍ਹਾ ਜਿਹਾ ਮੈਂਸ਼ਨ ਕਰੋਗੇ ਇਸ ਬਾਰੇ? ਮੇਰਾ ਨਾਮ ਰਜਨੀਸ਼ ਮਹਾਜਨ ਹੈ। ਮੈਂ ਫਾਈਨੈਂਸ਼ੀਅਲ ਇਨਵੈਸਟਮੈਂਟ ਸਰਵਿਸਿਜ਼ 'ਚ ਡੀਲ ਕਰਦਾ ਹਾਂ। ਮੇਰੀ 20-22 ਸਾਲ ਦੀ ਪ੍ਰੈਕਟਿਸ ਹੈਗੀ ਹੈ। ਸੋ ਮੇਰੀ ਵਾਈਫ ਰਜਨੀ ਮਹਾਜਨ, ਸ਼ੀ ਇਜ਼ ਐਨ ਇੰਟੀਰੀਅਰ ਡਿਜ਼ਾਈਨਰ। ਓਕੇ, ਸੋ ਆਪਾਂ ਦੋਨੋਂ ਆਪਣੇ ਆਪਣੇ ਬਿਜ਼ਨਸਿਸ ਤਾਂ ਕਰ ਰਹੇ ਹੈਗੇ ਹਾਂ। ਠੀਕ ਸਾਡਾ ਹੈ। ਆਫਿਸ ਓਮੈਕਸ 'ਚ ਹੈਗਾ, ਬਟ ਇਹਦੇ ਨਾਲ ਨਾਲ ਆਪਾਂ ਇਹ ਰਿਅਲਾਈਜ਼ ਕੀਤਾ ਹੈ ਓਵਰ ਏ ਪੀਰੀਅਡ ਆਫ ਟਾਈਮ ਕਿ ਅੱਜ ਕੱਲ੍ਹ ਲੋਕਾਂ ਦੇ ਵਿੱਚ ਨਾ ਰਿਲੇਸ਼ਨਸ਼ਿਪਸ ਨੂੰ ਹੈਂਡਲ ਕਰਨ ਵਾਸਤੇ ਪੇਸ਼ੈਂਸ ਉਸ ਲੈਵਲ ਦੀ ਨਹੀਂ ਹੈ ਜਿੱਦਾਂ ਪੁਰਾਣੇ ਜ਼ਮਾਨੇ 'ਚ ਹੁੰਦੀ ਸੀ। ਹਾਂਜੀ। ਸੋ ਇਹ ਚੀਜ਼ ਨੂੰ ਆਪਾਂ ਕਾਫੀ ਦੇਰ ਤੱਕ ਇੱਦਾਂ ਐਕਸਪਲੋਰ ਕਰਦੇ ਰਹੇ, ਅਤੇ ਵਨ ਫਾਈਨ ਡੇ, ਮਤਲਬ ਅੱਜ ਤੋਂ ਸਾਲ ਡੇਢ ਸਾਲ ਪਹਿਲੇ ਸਾਡੇ ਮਨ 'ਚ ਵਿਚਾਰ ਆਇਆ ਕਿ ਕੁਝ ਇੱਦਾਂ ਦਾ ਕੀਤਾ ਜਾਵੇ ਕਿ ਬੱਚਿਆਂ ਨੂੰ ਕੁਝ ਵੈਲਿਊ ਸਿਸਟਮ ਜਿਹੜਾ ਹੈਗਾ ਕੋਈ ਇੰਸਪਾਇਰ ਕਰਨ ਵਾਲਾ ਕ੍ਰੀਏਟ ਕੀਤਾ ਜਾਵੇ। ਵੀ ਬੋਥ ਡਿਸਕਸ ਵਿਦ ਈਚ ਅਦਰ। ਉਸ ਤੋਂ ਬਾਅਦ ਆਪਾਂ ਇੱਕ ਸਰਵੇ ਵੀ ਕੀਤਾ ਹੈਗਾ, ਔਨਲਾਈਨ ਵੀ ਆਫਲਾਈਨ ਵੀ, ਹਰ ਏਜ ਗਰੁੱਪ ਦੇ ਲੋਕਾਂ ਨਾਲ। ਅਤੇ ਫਿਰ ਆਪਾਂ ਇੱਕ ਬਿਜ਼ਨਸ ਮਾਡਲ ਕਹਿ ਲਓ ਜਾਂ ਇੱਕ ਸੋਲਿਊਸ਼ਨ ਤਿਆਰ ਕੀਤਾ, ਜਿਹੜਾ ਕਿ ਰਿਲੇਸ਼ਨਸ਼ਿਪ ਸੈਮੀਨਾਰਸ ਆਪਾਂ ਲੈ ਕੇ ਆ ਰਹੇ ਹਾਂ। ਓਕੇ। ਇਹ ਰਿਲੇਸ਼ਨਸ਼ਿਪ ਸੈਮੀਨਾਰਸ ਕੀ ਹੋਣਗੇ, ਕਿੱਦਾਂ ਵਰਕ ਕਰਨਗੇ? ਆਈ ਥਿੰਕ ਆਈ ਵੁੱਡ ਰਿਕੁਐਸਟ ਰਜਨੀ ਟੂ ਟੈਲ मोर अबाउट इट। सो ओवर हाँ, टू हर। बिल्कुल ठीक है, रजनीश की गल बिल्कुल ठीक है। जो इन्होंने के दिमाग में सोच आई, इन्होंने जब मेरे से शेयर की तो मुझे एक बार लगा कि नहीं, हाँ, आइडिया बहुत अच्छा है और शायद इसकी सोसाइटी को बहुत ज़्यादा ज़रूरत है। हाँ जी। क्योंकि हम सब लोग ज़िंदगी में ये छोटी-छोटी चूँ-चूँ, चैं-चैं से कुछ डिफरेंसेस के साथ ही आगे-आगे बढ़ते हैं। बट उसमें थोड़ी-सी पेशेंस चाहिए, थोड़ा-सा चेंज चाहिए और मेन बात है कि ये आइडिया जो है ना दिमाग से नहीं, ये दिल से है। क्या सो बात है! फर्म नेम जो हमने इस कंसेप्ट का नाम रखा है वो रखा है दिल से फैमिली। क्या बात! और मेरे को लगता है दिल से जो फैमिली जुड़ती है वो दिल से ही जुड़ती है। सो ये दिल से दिल का कनेक्शन है। तो उन बॉन्ड्स को कैसे हम और अच्छा कर सकते हैं? सबके अच्छे हैं, आई नो, सबके हमारे भी ऐसे ही हैं, सब में थोड़ी सी चूँ-चाँ रहती है। बट ये सेमिनार किसी को कोई काउंसलिंग या प्रॉब्लम डिस्कस करने के लिए, जो हमारी लाइफ में, सबकी लाइफ में एक छोटी-सी चीज़ कुछ ना कुछ चलता रहता है, उसकी फाइन ट्यून है। जैसे वो कहते हैं ना, चैनल सेट करने के लिए कभी हम आगे जाते हैं, कभी पीछे जाते हैं ना, वो किड़-किड़ सी आती है, वो किड़-किड़ ही होती है। आजकल क्या है, वो किड़-किड़ को बर्दाश्त ना करके वो बम्ब बन जाती है, फट जाती है। सो वो किड़-किड़ को थोड़ा-सा फाइन ट्यून कर लेंगे तो मेरे लगता है चैनल बहुत अच्छे सेट हो जाएँगे। सो वी आर वर्किंग ऑन दैट। इसमें क्या है कि जो मेन चीज़ है, जो कपल्स को हम लेके आ रहे हैं, इट विल बी ग्रेट फन, गुड लर्निंग। मुझे लगता है कि जो हम कहीं से नहीं सीख सकते, वो हम एक-दूसरे की लाइफ से सीखते हैं। क्या बात क्यों, है! आप एग्री? एब्सोल्युटली। क्योंकि हमने भी शायद वहीं से सीखा है। मतलब हम बिल्कुल ऑपोजिट नेचर के हैं, ओके। बट जिनको हम लेके आ रहे हैं, जिनको हमने बड़ी क्लोजली देखा है, उन्होंने बहुत सारी फैमिलीज में, कपल्स में कंट्रीब्यूट किया है। जिनकी उन्होंने कुछ मान लो कोई टिप दिए, हमें भी दिए होंगे, पर हमारे बहुत सारे सर्कल में उन्होंने टिप दिए। और उन छोटी छोटी फाइन ट्यून टिप या कोई बुक रिकमेंड कर दी या कोई एक बात ऐसी कह दी, वो शायद लाइफ का एक टर्निंग पॉइंट बन जाता है। ओके। और मैंने उन कपल्स को जिनको हम लेके आ रहे हैं, उनकी फैमिली बैलेंस बहुत अच्छा है, विद प्रोफेशन, विद किड्स, मतलब ऑल एरिया ऑफ लाइफ। तो मुझे लगता है कि वो बहुत सारे लोगों की लाइफ में कंट्रीब्यूट कर सकते हैं। क्योंकि जिनको अगर हम जानते हैं कि अगर उन्होंने कुछ लोगों की लाइफ में किया है, तो और बहुत सारे लोगों में कर सकते हैं। तो हम उन फैमिलीज में वो बॉन्ड, एक ये इकोसिस्टम तैयार करना चाहते हैं जहाँ पे लोग रहना चाहेंगे। वी वांट टू क्रिएट वन एक्सटेंडेड फैमिली बाय दिल से। क्या सो बात है! दिस इज़ द कंसेप्ट। बाकी आप वहाँ पे आइए, आपको बहुत कुछ सीखने को मिलेगा। और अगर आपकी लाइफ में बहुत अच्छे पॉइंट है, आप बहुत सारे लोगों में कंट्रीब्यूट भी करोगे। ये एक्सचेंज ऑफ आइडियाज़ है, कुछ सीखने सिखाने वाला नहीं है, एक्सचेंज ऑफ आइडियाज़ है जो हमने लाइफ से सीखा है।
बाकी रजनीश थोड़ा सा और इसको एक्सप्लेन कर सकते हैं। या इसका जो स्ट्रक्चर रहेगा सेमिनार का वो इस तरह से रहेगा, जैसे जो कपल्स की बात कर रहे हैं, सक्सेसफुल बिजनेस कपल्स मैं कहूँगा, जो बिजनेस लाइफ में बहुत सक्सेसफुल है, पर्सनल लाइफ और फैमिली लाइफ में, तीनों में बड़ा अच्छा बैलेंस है उनका, हेल्थ वाइज भी अपने आप को बड़े अच्छे से वो मेंटेन करके चलते हैं। तो अगर कोई पर्सन, कोई शख्सियत, कोई कपल पूरा बैलेंस्ड है अपनी लाइफ में, तो वो और लोगों को अपने एक्सपीरियंस के साथ, अपनी केस, अपनी लाइफ स्टोरी के साथ वो जब शेयर करेगा कि वो बिल्कुल। ये बैलेंस अचीव कैसे किया। देखो, जब भी शादी होती है, शादी के होने के कुछ साल तक आपस में हस्बैंड वाइफ की जो है ना अंडरस्टैंडिंग डेवलप होते होते टाइम लगता है। अब जिन कपल्स की हम बात कर रहे हैं जो सक्सेसफुल है अपनी लाइफ में, 20 से 25 साल तक वो शादीशुदा हैं, हैप्पीली मैरिड हैं, तो वो जब आएंगे, वो अपनी लाइफ स्टोरी जब शेयर करेंगे, तो वो स्टोरी में ही एक मैसेज होगा जो कि ऑडियंस के लिए एक इंस्पिरेशन बन जाएगा। काउंसलिंग तो देने के लिए और बहुत जगह है जहाँ पे लोग ले भी सकते हैं, लेकिन ये इंस्पिरेशन जो होती है, ये पहला स्टेप होता है इम्प्रूवमेंट में जाने के लिए। तो एक तो ये मेथड रहेगा कि हम केस स्टडी लोगों के सामने लाएंगे, एंड वी आर टॉकिंग अबाउट कपल्स दिस टाइम, क्योंकि पहला इवेंट हमारा कपल्स के रिलेशन पे है। बट हर ऑल्टरनेट मंथ में हम जो सेमिनार करेंगे डिफरेंट डिफरेंट रिलेशन पे करेंगे। प्रॉब्ली नेक्स्ट इवेंट हमारा फादर सन के रिलेशन पे हो सकता है, मदर डॉटर, सिबलिंग्स, तो अलग अलग रिलेशंस हम कवर करते चले जाएंगे। हर इवेंट में हम उस पर्टिकुलर रिलेशन का एक सक्सेसफुल स्टोरी लोगों के सामने लाएंगे, उस स्टोरी से लोग सीखेंगे। क्या बात। ये एक मेथड रहेगा, मतलब एक सेगमेंट रहेगा सेमिनार का। फिर दूसरा सेगमेंट जो है, जो बहुत ही इंटरेस्टिंग पार्ट है सेमिनार का, वो ये है कि जो ऑडियंस आए हैं, अब ऑडियंस आने वाले सिंगल भी आ सकते हैं, कपल भी आ सकते हैं, उसमें मतलब कि कोई रिस्ट्रिक्शन नहीं है। लेकिन उन ऑडियंस में से जो एज ए कपल आते हैं, और उन कपल्स में हम एक पैनल कंडक्ट करेंगे। उस पैनल में हमने 5 कपल्स आइडेंटिफाई करने हैं ऑडियंस में से, जिनकी अंडरस्टैंडिंग बहुत अच्छी है। अब कहने को है आपकी अंडरस्टैंडिंग बड़ी अच्छी है किरत के साथ, मेरे को मालूम है, लेकिन क्या वो वाकई में अच्छी है, या उसमें कोई और इम्प्रूवमेंट? सी चीज ऐड करूंगी, हम अंडरस्टैंडिंग ना यूज करें, हम कंपैटिबिलिटी से एक देखें। वो क्या होगा कि आप एक दूसरे के साथ कितनी की बातें करते हैं या कितना के जानते हैं, पर उसका फायदा एक और बहुत अच्छा होगा। कुछ लोग तो उस क्विज में जो पार्टिसिपेट करेंगे वो एज ए पैनलिस्ट आ जाएंगे, कुछ जो नहीं आएंगे उनके पास बातें आने वाले टाइम में बहुत हो जाएंगी। क्योंकि आजकल हमें बहुत सारे लोगों से बात करते हैं, कहते शादी के साल के बाद ना लगता बातें ही नहीं है ना। नहीं सही है, सही आजकल है। तो कई बार शुरू में बिकॉज गैजेट्स बहुत है वैसे ही खत्म हो जाती हैं, बट उनको लगेगा अच्छा मैं इस क्वेश्चन का आंसर नहीं दे पाया था क्विज में, तो ये टॉपिक तो मैंने शायद अपने स्पाउस के साथ डिस्कस ही नहीं किया। ਇਦਾਂ ਨਾ ਹੋਵੇ ਕਿਤੇ टॉपिक ਮੈਂ ਇਦਾਂ ਨਾ ਹੋਵੇ ਕਿਤੇ ਹੋਰ ਆਪਸ ਚ ਲੜੀ ਪੈਣ ਕਿ ਯਾਰ ਤੂੰ ਤਾਂ ਦੱਸਿਆ ਹੀ ਨਹੀਂ ਮੇਰੇ ਬਾਰੇ, ਤੈਨੂੰ ਤਾਂ ਪਤਾ ਹੀ ਨਹੀਂ ਕੁਝ ਮੇਰੇ ਬਾਰੇ। ਚਲੋ ਚਾਹੇ ਲੜ स्टार्ट हो जाएगा, ਗੱਲ ਤਾਂ ਸ਼ੁਰੂ ਹੋ ਜਾਏਗੀ ਨਾ, ਰਾਈਟ ਉਹਨਾਂ ਕੋਲ ਗੱਲਾਂ ਦਾ ਇੱਕ ਭੰਡਾਰ ਦੁਬਾਰਾ ਇਕੱਠਾ ਹੋ ਜਾਏਗਾ। ਜਦੋਂ ਆਪਾਂ ਕਿਸੇ ਦੀ ਗਲਤੀ ਪੁਆਇੰਟ ਆਊਟ ਕਰਦੇ ਹਾਂ, ਉਹ ਇੱਕ ਵਾਰ ਤਾਂ ਚਾਹੇ ਮੌਕੇ ਤੇ ਕਹਿ ਦੇ ਕਿ ਮੈਂ ਸਹੀ ਹਾਂ, ਪਰ ਇੱਕ ਵਾਰ ਜਦੋਂ ਕੱਲਾ ਬੰਦਾ ਸੋਚਦਾ ਜ਼ਰੂਰ ਆ, ਉਹਦੇ ਤੇ ਵਰਕ ਕਰਨ ਦੀ ਕੋਸ਼ਿਸ਼ ਕਰਦਾ ਜ਼रूर ਆ। देखो जी, मैं तो एक चीज समझती हूँ, जो लोग है ना मैक्सिमम, देखो सबके यहाँ फाइट का एक ही कारण होता है, मैक्सिमम रीजन ऑफ फाइट आई एम राइट, यू आर रॉन्ग। नहीं यू आर रॉन्ग, यू आर रॉन्ग, आई एम राइट, वही कारण होता है। तो वही एक चीज है जो फाइन ट्यून करने की जरूरत है। कोई भी आइडियल नहीं है, कोई भी कंप्लीट नहीं है, हम एक दूसरे को कंप्लीट करते हैं। रादर के इसी में हम ये सिखाना चाहते हैं कि एक दूसरे को कंप्लीट करने की बजाय यहाँ पे हम एक दूसरे को कंप्लीट करना शुरू करते हैं। तो बड़ी सारी चीजें हैं, बड़ी सारी चीजें सामने आएंगी, बहुत सारी चीज़ों पे आप हंसोगे, कई चीज़ों पे आप इमोशनल होगे, बट इट विल बी ए गुड मोमेंट फॉर एवरीबडी, दैट इज अवर प्रॉमिस। बट मज़ा आने वाला है क्योंकि एक नई चीज़ है, एक नई थॉट है, तो दिल से दिल को कनेक्शन करने के लिए हमने ये किया है। और ये जो इकोसिस्टम होगा इसमें, जैसे हम टारगेट कर रहे हैं 300 से 500 लोग आएंगे, निर्वाणा क्लब में हम करने जा रहे हैं। 25 फरवरी संडे की डेट है, आफ्टरनून का टाइम है। बट एक चीज़ तो ज़रूर है, कोई पर्सन उस एनवायरनमेंट में आएगा तो हॉल में एंटर करते ही उसका एक्सपीरियंस ऐसा होने वाला, बिकॉज सब जगह उसको एक हैप्पी कपल्स मिलेंगे। क्या बात है। एंड एक और मज़े की बात ये है कि जो लोग सिंगल हैं, जो शादी नहीं कर रहे आजकल बच्चे ऐसे भी है कि अपनी एज, मैरिजेबल एज 30 साल 35 साल चली जाती है, वो क्यों नहीं करते? उनके मन में एक रिस्पॉन्सिबिलिटी लेने के डर है, या
आस पड़ोस में कुछ एग्जांपल्स ਬਾਕੀ ਕਪਲਸ ਦੇਖ ਕੇ ਡਰ ਜਾਂਦੇ ਨੇ ਯਾਰ ਕੀ ਚੱਲਦਾ। नॉट सो ਹਾਂਜੀ गुड एग्जांपल, मैं वही कह नॉट सो गुड एग्जांपल्स ਹਾਂਜੀ हैं। ਹਾਂਜੀ तो जब वहां पे आके उनको 200 कपल्स बहुत हैप्पीली कपल मिलेंगे देखने को, तो उनको इस रिलेशन के बारे में एक दोबारा रिकंसिडर करने का मौका मिलेगा। तो मतलब उनके लिए भी बहुत कुछ ਹਾਂਜੀ होगा वहां पे एक्सपीरियंस करने वाला। बट आई एम श्योर हम अपना बेस्ट करेंगे, हम बेस्ट लोगों के सामने लाएंगे। ये एक अंडरस्टैंडिंग वाला जो कॉन्सेप्ट है, इसमें पैनलिस्ट के थ्रू लोगों को बड़ा अच्छा डिलीवर करने की कोशिश करेंगे। वो हम अपना 100% देंगे। जो लोग आएंगे ये उनके लिए एक नया मतलब एक्सपीरियंस होगा। क्या हम चाहेंगे जो लोग देख रहे हैं इस पॉडकास्ट को सुन रहे हैं, वो ज़रूर इसके बारे में एक्सप्लोर करें। 25 फरवरी डेट है, बुक माई शो पे इसकी टिकट्स अवेलेबल हैं, ਓਕੇ अपनी वहाँ से भी कर सकते हैं। बाकी हमारी मोबाइल ऐप जो है दिल से फैमिली के नाम से है, एंड्रॉयड पे एप्पल पे दोनों जगह इसमें लाइव हमने है। एक चीज और भी देखी है ना, सर्वे हम्म करते हुए हमने सर्वे करते हुए देखा है कि बड़ी बार लोग अगर कुछ लगता है फैमिली में तो किसी काउंसलर के पास जाते नहीं है, जाते हैं हम्म तो इस थॉट के साथ जाते हैं कि मैं तो ठीक हूँ, इसको ठीक कर दो। और कई राइट बार किसी हम ऐसे बंदे से सलाह ले लेते हैं जो शायद अपनी ही लाइफ में किसी उलझन में है, तो वो सही की बजाय उल्टा पड़ जाती है। तो सर्वे में बड़ी सारी और चीजें इसमें एक सामने चीज़ आई और हैं। भी तो होती है ना कि जब मैं किसी से सजेशन लेता हूँ, अगर वो मेरा क्लोज है तो वो बायस्ड हो जाती है राइट सजेशन, ਜੇ ਮੇਰਾ हाँ ਦੋਸਤ ਹੈ ਮੇਰੀ बिल्कुल ਦੋ ਜੇ ਉਹਦਾ ਦੋਸਤ ਹੈ ਉਹਦੀ है ना? ਸਾਈਡ ਆ हाँ तो यहाँ राइट पर सेम विद द बायस वाला फैमिली। काम नहीं है। जो कपल आ रहा है वो अपनी स्टोरी बता रहे हैं, अब उसमें हस्बैंड अपना पर्सपेक्टिव बता रहा है कि मैंने अपने आप में क्या चेंजेस किए अपने रिलेशनशिप को ਹਾਂ इम्प्रूव ਇੱਕ करने के लिए। ਅਨਨੋਨ ਬੰਦਾ ਬੈਸਟ ਆ ਜਿਹੜਾ अननोन ਤੁਹਾਨੂੰ बंदा ਦੱਸ बता रहा ਸਕਦਾ ਵਾ है, ਕਿ ਤੁਸੀਂ हाँ ਕੌਣ गलत ਆ कौन सही है। मैं एक बड़ी राइट फन वाली छोटी सी चीज दसना चाहूंगी। ਹਾਂਜੀ ਹਾਂਜੀ जिन कपल्स को हम बुला रहे हैं उन्होंने एक बार एक बुक रिकमेंड की थी मुझे। ਓਕੇ बुक का नाम तो वो वहीं पे एक्सप्लोर करेंगे, बट उस बुक ने बड़ी अच्छी हेल्प की हम्म बिकॉज वी आर विद अ डिफरेंट नेचर। उस ओके बुक में बताया था कि एक बंदा है, उसकी एक नेचर है, वो ना टूथपेस्ट को कहीं से भी प्रेस कर देता है, दूसरा बंदा उसको बड़े तरीके से करता है। तो कई बार इसी छोटे से मुद्दे को लेके झगड़ा हो जाता है। बट अगर आपके पास ऐसी उन्होंने सिस्टम सोल्यूशन हो, भी रजनी एक बताया था, क्या सोल्यूशन था? दिया था, जो उन्होंने बुक रिकमेंड की थी वो हम वहीं पे रिकमेंड करेंगे, नहीं, क्योंकि सोल्यूशन बुक में जो दिया था वो बता दो, वो बता सकती वो हूँ। बता दो। उसमें उन्होंने ये बताया कि जैसे हम पेस्ट को प्रेस करते हैं तो सिंपल है, जिसने जहां से प्रेस कर दी ठीक है, दूसरा वहां जाके उसको ठीक कर दे। एक सोल्यूशन और बताया था कि पेज 2 रख लो आप। दैट इज बेटर सोल्यूशन। हाँ दो नहीं, दो सही पेज है रख लो, सही है जो जैसे कर रहा है उसको करने दो, आप दूसरे तो तरीके से ऐसी हाँ। करो। छोटी छोटी ही फाइन ट्यूनिंग्स हैं जिसके बारे में हम बात करेंगे, क्योंकि कहीं पे भी आप देखते हो कुछ गड़बड़ हुई है, कोई बहुत बड़े मुद्दे नहीं होते, सम टाइम पीनट्स ही होते हैं, और कई बार तो खोदो तो कुछ भी नहीं होता। ਨਿਕਲਦਾ ਕੁਝ ਵੀ ਨਹੀਂ ਬਾਅਦ 'ਚ हाँ ਅੱਧੇ ਘੰਟੇ ਬਾਅਦ बिल्कुल। ਬੰਦਾ ਗੱਲ ਕਰੇ ਯਾਰ ਆਪਾਂ ਰੜੇ ਕਾਦੇ ਲਈ ਸੀ सारे ਉਹ ਵੀ ਚੁੱਪ ਤੇ ਉਹ ਵੀ ਚੁੱਪ ਤਾਂ ਦੋਨੋਂ ਨੇ ਨਹੀਂ हाँ सो बड़ी सारी चीजें हैं, इसलिए मजा आने वाला है। आप ही के बारे में, आप ही की लाइफ डिस्कस क्या करने बात वाले है। हैं। हमारा वहां पे कुछ नहीं है, हम तो लोगों को दिल से दिल के साथ जोड़ने क्या बात वाले हैं। सो दैट ਪਹਿਲਾਂ इज अवर पॉइंट ऑन। ਓਕੇ ਪਹਿਲਾਂ ਤਾਂ ਸਰ ਤੁਹਾਨੂੰ ਮੁਬਾਰਕਾਂ ਤੁਸੀਂ ਬਹੁਤ ਸੋਹਣਾ ਟੌਪਿਕ ਹੈ ਨਾ ਚੂਜ਼ ਕੀਤਾ ਵਾ ਤੇ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਵੀਰੇ ਇੱਕ ਵਾਰੀ ਜ਼ਰੂਰ ਜਾਈਓ ਤੁਸੀਂ ਦੋਨਾਂ ਦੀ ਬੌਂਡਿੰਗ ਨਾ ਆਪ ਹੀ ਚੈੱਕ ਕਰ ਰਹੇ ਹੋ ਨਾ ਦੱਸਣ ਦੀ ਲੋੜ ਹੀ ਨਹੀਂ ਹੈਗੀ ਕਿਵੇਂ ਆਪਸ 'ਚ ਗੱਲਾਂ ਕਰ ਰਹੇ ਨੇ ਜਾਂ ਕਿਵੇਂ ਇੱਕ ਦੂਜੇ ਦੀ ਗੱਲ ਰੱਖ ਰਹੇ ਨੇ ਹੈ ਨਾ ਇੱਕ ਦੂਜੇ ਨੂੰ ਕਵਰ ਲਾ ਲਓ ਕਰ ਰਹੇ ਨੇ ਜਿਵੇਂ ਮਤਲਬ ਬਹੁਤ ਵਧੀਆ ਤਰੀਕੇ ਨਾਲ ਗੱਲਾਂ ਨੂੰ ਦੱਸ ਰਹੇ ਨੇ ਤੇ ਮੈਨੂੰ ਦੇਖ ਕੇ ਤਾਂ ਲੱਗ ਰਿਹਾ ਕਿ ਮੈਨੂੰ ਵੀ ਜਾਣਾ ਚਾਹੀਦਾ ਵਾ ਤੇ ਸਰ ਆਪਾਂ ਗੱਲ ਕਰੀਏ ਹੈ ਨਾ ਜਿਵੇਂ ਇਹਨੂੰ ਜੇ ਆਪਾਂ ਫਾਈਨੈਂਸ਼ੀਅਲੀ ਲੈ ਕੇ ਚੱਲੀਏ ਹੈ ਨਾ ਕਿ ਇਹ ਨਵਾਂ ਟੌਪਿਕ ਆ ਜਿਹੜਾ ਅੱਜ ਤੱਕ ਕਿਸੇ ਨੇ ਨਹੀਂ ਲੈ ਕੇ ਆਂਦਾ ਤੁਹਾਨੂੰ ਇਹ ਨਹੀਂ ਲੱਗਦਾ ਹੈਗਾ ਕਿ ਇਹ ਫਾਈਨੈਂਸ਼ੀਅਲੀ ਆਪਾਂ ਨੂੰ ਥੋੜਾ ਤੰਗ ਕਰ ਸਕਦਾ फाइनेंशियली कितना ਜਿਵੇਂ ਟੌਪਿਕ ਆ ਰਿਸਪੌਂਸ ਕਿਵੇਂ ਦਾ ਆਉਂਦਾ ਤੁਸੀਂ ਪਹਿਲਾਂ ਪੈਸੇ ਇਨਵੈਸਟ ਕਰ ਰਹੇ ਹੋ ਬਾਅਦ 'ਚ ਉਹਦੇ ਰਿਸਪੌਂਸ ਆਉਣਾ ਦੇਖੋ, ਉਹਦੇ ਤੇ ਨਹੀਂ ਤੁਸੀਂ ਵਰਕ ਕੀਤਾ ਫਿਰ ਨਹੀਂ ਨਹੀਂ ਆਪਾਂ ਵਰਕ ਕੀਤਾ ਹੈਗਾ। ਜਿੱਦਾਂ ਮੈਂ ਤੁਹਾਨੂੰ ਪਹਿਲੇ ਕਿਹਾ, ਆਪਾਂ 20 ਸਾਲ 25 ਸਾਲ ਦਾ ਸਾਡਾ ਕੈਰੀਅਰ ਹੈਗਾ, ਆਪਾਂ ਬਿਜ਼ਨਸ ਆਪਣਾ ਜਿਹੜਾ ਹੈਗਾ ਕਰ ਹੀ ਰਹੇ ਆ। ਹਾਂਜੀ ਇਹ ਸਾਡਾ ਇੱਕ ਡ੍ਰੀਮ ਪ੍ਰੋਜੈਕਟ ਹੈ। ਤੇ ਜਿਹੜਾ ਡ੍ਰੀਮ ਪ੍ਰੋਜੈਕਟ ਹੁੰਦਾ ਨਾ, ਉਹਦੇ 'ਚ ਜਦੋਂ ਪੈਸੇ ਬੰਦਾ ਲਗਾ ਰਿਹਾ ਨਾ, ਕੀ ਬਾਤ ਹੈ ਉਹਦੇ 'ਚ ਕੀ ਵਾਪਸੀ ਆਣੀ ਹੈ ਉਹ ਬੰਦਾ ਬਾਅਦ 'ਚ ਸੋਚਦਾ ਹੈ। ਸਾਡਾ ਡ੍ਰੀਮ ਹੈ ਕਿ ਆਪਾਂ ਇਹ ਚੀਜ਼ ਨੂੰ ਲਾਂਚ ਕਰਨਾ ਹੈਗਾ, ਕੁਝ ਲੋਕਾਂ ਨੂੰ ਇੱਕ ਐਕਸਪੀਰੀਅੰਸ ਸ਼ੇਅਰ ਕਰਨਾ ਹੈ। ਬਾਕੀ ਬਿਜ਼ਨਸ ਤੇ ਅੱਗੇ ਸ਼ੌਂਕ ਦਾ ਕੋਈ ਮੁੱਲ ਹਾਂ, ਨਹੀਂ ਸ਼ੌਂਕ ਦਾ ਕੋਈ ਮੁੱਲ ਨਹੀਂ ਹੈਗਾ, ਬਟ ਵੀ ਨੋ ਇਟ ਵਿਲ ਬੀ ਅ ਸਕਸੈਸਫੁਲ ਬਿਕੋਜ਼ ਆਪਾਂ ਜਿੰਨੇ ਵੀ ਲੋਕਾਂ ਨਾਲ ਗੱਲ ਕਰ ਰਹੇ ਹਾਂ, ਪੀਪਲ ਆਰ ਸੋ ਐਕਸਾਈਟਿਡ। ਸਾਡਾ ਜਿਹੜਾ ਪੇਜ ਹੈ ਦਿਲ ਸੇ family.in ਇੰਸਟਾਗ੍ਰਾਮ ਤੇ ਤੁਸੀਂ ਦੇਖੋਗੇ, ਹੱਲੇ ਸਾਡੀ ਪ੍ਰੀ ਲਾਂਚ ਪੀਰੀਅਡ ਚੱਲ ਰਿਹਾ ਹੈ। ਓਕੇ ਪਰ ਜਿਹਦੇ ਨਾਲ ਵੀ ਆਪਾਂ ਗੱਲ ਕਰ ਰਹੇ ਹਾਂ, ਅਗਲਾ ਕਹਿੰਦਾ ਯਾਰ ਮੈਨੂੰ ਰਜਿਸਟਰ ਕਰੋ, ਮੈਂ ਆਣਾ ਕੀ ਚਾਹੁੰਦਾ। ਬਾਤ ਹੈ ਜਿਹਨੂੰ ਗੱਲ ਕਰਦੇ ਹਾਂ, ਅਗਲਾ ਕਹਿੰਦਾ ਮੈਨੂੰ ਰਜਿਸਟਰ ਕਰੋ, ਬਿਕੋਜ਼ ਆਪਾਂ ਇਹਦੀ ਕਾਸਟ ਪ੍ਰੋਫਿਟੇਬਲ ਨਹੀਂ ਰੱਖੀ ਹੈਗੀ। ਆਪਾਂ ਕਾਸਟ ਰੱਖੀ ਹੈ ਬ੍ਰੇਕ ਈਵਨ ਵਾਸਤੇ, ਓਕੇ ਜੋ ਮਤਲਬ ਕਿ ਇੱਕ ਤੁਸੀਂ ਕਿਸੇ ਵੀ ਜਗ੍ਹਾ ਇਵੈਂਟ ਤੇ ਜਾਂਦੇ ਹੋ, ਜਿੰਨੀ ਕਿ ਰੀਜ਼ਨੇਬਲ ਤੁਸੀਂ ਕਾਸਟ ਦਿੰਦੇ ਹੋ, ਅਫੋਰਡੇਬਲ ਬੇਸਿਕ ਅਫੋਰਡੇਬਲ ਕਾਸਟ ਰੱਖੀ ਹੈਗੀ ਆਪਾਂ। ਸੋ ਬੰਦਾ ਕਹਿੰਦਾ ਯਾਰ ਇੱਕ ਐਕਸਪੀਰੀਅੰਸ ਹੈ, ਨਵੇਂ ਲੋਕਾਂ ਨੂੰ ਮਿਲਾਂਗੇ, ਨਵੀਂ ਫੈਮਿਲੀਜ਼ ਨੂੰ ਮਿਲਾਂਗੇ, ਇੱਕ ਐਕਸਟੈਂਡਡ ਫੈਮਿਲੀਜ਼ ਦਾ ਇੱਕ ਗਰੁੱਪ ਬਣੇਗਾ। ਸੋ ਆਈ ਥਿੰਕ ਵਿਲ ਗੈਟ ਵੈਰੀ ਗੁੱਡ ਰਿਸਪੌਂਸ। ਨਹੀਂ ਨਹੀਂ ਬਿਲਕੁਲ ਸਰ ਬਿਲਕੁਲ ਤੁਸੀਂ ਬਾਕੀ ਤਾਂ ਕੰਮ ਹੀ ਦਿਲ ਬਹੁਤ ਦਾ ਵਧੀਆ ਮਾਮਲਾ ਹੈ ਨਾ, ਦਿਲ ਦੇ ਮਾਮਲੇ ਦੀ ਕੋਈ ਵੈਲਿਊ ਨਹੀਂ ਲਾ ਸਕਦਾ। ਬਿਲ-
ਬੰਦਾ ਚਾਹੇ ਸਟਰਗਲ ਕਰ ਰਿਹਾ ਚਾਹੇ ਬੰਦਾ ਸਕਸੈਸਫੁਲ ਆ, ਜੇ ਬੰਦਾ ਘਰ ਦੇ ਵਿੱਚ ਸੁਖੀ ਨਹੀਂ ਨਾ ਹੈਗਾ ਤੇ ਫਿਰ ਉਹਦਾ ਕੋਈ ਹਾਂ ਵਰਥ ਇਟ ਨਹੀਂ ਹੁੰਦਾ, ਚਾਹੇ ਉਹ ਐਬਸੋਲੂਟਲੀ ਸਟਰਗਲ ਆ Our ਚਾਹੇ our ਉਹ team should be strong. ਹੂੰ ਅਸੀਂ ਉਹਦੇ ਤੇ ਹੀ ਕੰਮ ਕਰਨਾ ਚਾਹੁੰਦੇ ਹਾਂ. ਬਿਲਕੁਲ ਕਿਆ That's our point only. ਬਹੁਤ ਵਧੀਆ ਜੀ, ਬਹੁਤ ਵਧੀਆ। ਹਾਂਜੀ। ਤੇ ਸਰ ਜਦੋਂ ਇਹਨੂੰ ਸਟਾਰਟ ਕੀਤਾ ਹਨਾ, ਤੇ ਹੂੰ ਸਟਾਰਟਿੰਗ 'ਚ ਤੁਹਾਨੂੰ ਪ੍ਰੋਬਲਮਸ ਨਹੀਂ ਆਈਆਂ ਹੈਗੀਆਂ ਕਿ ਇਹ ਸਟਾਰਟ ਕਰਨ ਲੱਗੇ ਇਹ ਟੌਪਿਕ ਤੇ ਤੁਸੀਂ ਡਿਸਕਸ ਕੀਤਾ ਹੋਣਾ, ਜਾਂ ਫਾਈਨੈਂਸ਼ੀਅਲੀ ਲਾ ਲਓ, ਜੇ ਆਪਾਂ ਕਰਦੇ ਆ ਕਈ ਰੋਕਦੇ ਵੀ ਨੇ, ਯਾਰ ਆ ਕਿਹੜਾ ਪੰਗਾ ਲਈ ਜਾਂਦਾ ਤੂੰ, ਮਤਲਬ ਸਾਰੇ ਹਾਂ, ਹੁੰਦੇ, ਹਰ ਪਲੱਸ ਤਰ੍ਹਾਂ ਵੀ ਦੇ ਹੁੰਦੇ ਆ ਤੇ opinion ਮਾਈਨਸ ਚੱਲ ਵੀ ਰਹੇ ਹੁੰਦੇ ਆ, ਰਾਈਟ? ਹਾਂ ਹਰ ਰਾਈਟ ਤਰ੍ਹਾਂ ਦੇ ਤੇ ਚੱਲ ਫਿਰ ਰਹੇ ਉਹ ਕਿਵੇਂ opinion. ਤੁਸੀਂ ਸਟੈਪ ਟੂ ਸਟੈਪ ਅੱਗੇ ਵਧੇ ਫਿਰ ਇਸ ਚੀਜ਼ ਲਈ? ਜਦੋਂ ਤੁਸੀਂ ਸੋਚ ਲੈਂਦੇ ਹੋ ਤੇ ਮੇਰਾ ਖਿਆਲ ਥਿੰਗਸ ਵਰਕ, ਬਿਕੋਜ਼ ਜੋ ਤੁਹਾਨੂੰ ਤੁਹਾਡਾ ਕਨਸੈਪਟ ਕਲੀਅਰ ਹੈ, ਤੁਹਾਡਾ ਵਿਜ਼ਨ ਕਲੀਅਰ ਹੈ, ਤਾਂ ਮੇਰਾ ਖਿਆਲ ਤੁਸੀਂ ਉਹਨਾਂ ਚੀਜ਼ਾਂ ਨੂੰ ਓਵਰਕਮ ਆਪਣੇ ਆਪ ਕਰ ਜਾਂਦੇ ਹੋ। ਸਰ ਤੁਸੀਂ ਆਪਸ 'ਚ ਨਹੀਂ ਲੜਦੇ? ਹਾਂ ਨਹੀਂ ਨਹੀਂ ਲੜਦੇ ਦੇਖੋ ਆ, ਲੜੇ ਬਿਨਾ ਤਾਂ ਲੜੇ ਵਿਆਹ ਬਿਨਾਂ ਤੇ ਕੋਈ ਪੋਸੀਬਲ ਚੱਕਰ ਹੀ ਨਹੀਂ ਨਹੀਂ, ਹੈ। ਪਰ ਲੜਾਈ ਜਿਹੜੀ ਹੈਗੀ ਹੈ ਉਹ ਫਟਾਫਟ ਸੋਲਵ ਕਰ ਲਈਦੀ ਹੈ, ਬਸ ਇਹ ਇੰਨਾ ਹਾਂ ਫਰਕ। ਮਤਲਬ ਲੜਾਈ ਵੀ ਰਿਸ਼ਤੇ 'ਚ ਜ਼ਰੂਰੀ ਆ, ਪਰ ਹਾਂ ਇਹ ਆ ਕਿ ਉਹਨੂੰ ਸੋਲਵ ਕੀਤਾ ਜਾਵੇ ਤੇ ਉਹ ਸਭ ਤੋਂ ਵਧੀਆ ਗੱਲ ਆ। ਬਸ ਤੇ ਰਿਸ਼ਤਿਆਂ 'ਚ ਸਿਰਫ ਦਿਲ ਚੱਲੇ ਤੇ ਉਹ ਜ਼ਿਆਦਾ ਵਧੀਆ ਰਹਿੰਦਾ। ਸੋਲੂਸ਼ਨ ਬੰਦੇ ਨੂੰ ਫਟਾਫਟ ਲੱਭ ਲੈਣਾ ਚਾਹੀਦਾ ਹੈ। ਕਿਆ ਜਿਹੜੇ ਬੰਦੇ ਦੀ ਕੋਈ ਲੱਗਦਾ ਕਿ ਇਸ ਚੀਜ਼ ਦੇ ਵਿੱਚ ਮੈਂ ਠੀਕ ਕਰ ਸਕਦਾ ਆਪਣੇ ਆਪ ਨੂੰ, ਬੰਦੇ ਨੂੰ ਕਰਨਾ ਚਾਹੀਦਾ, ਜਿਹੜਾ ਦੂਸਰਾ ਪਾਰਟਨਰ ਹੈ ਦੂਸਰਾ ਨੂੰ ਕਰਨਾ ਚਾਹੀਦਾ। ਉਹ ਕਹਿੰਦੇ ਸੋ ਨੇ ਕਦੀ ਬੜਾ ਕਿਸੇ ਦੀ ਮੰਨ ਲਈ, ਕਦੀ ਆਪਣੀ ਮਨਾ ਕਿਆ ਲਈ। ਬਾਤ ਹੈ। ਸਰ ਹੁਣ ਫੈਮਿਲੀ ਹੁੰਦੀ ਆ ਨਾ, ਹੁਣ ਜੋ ਬੇਸਿਕਲੀ ਦੁਨੀਆਦਾਰੀ 'ਚ ਗੱਲਾਂ ਚੱਲਦੀਆਂ ਨੇ ਕਿ ਮੁੰਡਾ ਮਾਂ ਦੀ ਸੁਣੇ ਕਿ ਘਰ ਵਾਲੀ ਦੀ ਸੁਣੇ, ਉਹ ਜਿਹੜਾ ਪ੍ਰੋਬਲਮ ਹੁੰਦੀ ਆ ਉਹਦਾ ਵੀ ਆਪਣੇ ਕੋਲ ਹੈਗਾ ਹੱਲ? ਉਹ ਇਹਦਾ ਆਪਣੇ ਮੈਂ ਮੈਂ ਇੱਕ ਬੜਾ ਇੱਕ ਅੱਛਾ ਮਿੰਟ point ਇੱਕ ਮਿੰਟ ਪਤਾ ਕੀ ਇੱਥੇ ਆਪਾਂ ਜੇ ਸਾਰੇ ਹੱਲ ਦੇ ਦਾਂਗੇ ਤੇ ਫਿਰ ਲੋਕੀ ਉੱਥੇ ਹਾਂ ਨਹੀਂ ਆਣਗੇ। ਐਕਚੁਅਲੀ ਹੱਲ ਇਦਾਂ ਹੈਗੇ ਆ, ਇਹ ਨੈਕਸਟ ਸਭ ਚੀਜ਼ਾਂ ਸੈਮੀਨਾਰ ਦੇ ਤੇ ਹੱਲ ਹੈਗੇ ਆ, ਲੇਕਿਨ ਸੈਮੀਨਾਰਸ ਦੇ ਵਿੱਚ ਆਵਾਂਗੇ ਆਪਾਂ। ਜਿਹੜਾ ਇਹ ਤੁਸੀਂ ਕਹਿ ਰਹੇ ਹੋ ਟੌਪਿਕ ਕਹਿ ਰਹੇ ਹੋ, ਮਦਰ ਇਨ ਲਾਅ ਡਾਟਰ ਇਨ ਲਾਅ, ਇਹ ਵੀ ਹੂੰ ਰਿਲੇਸ਼ਨ ਹੈਗਾ। ਹੂੰ ਸੋ ਲਰਨਿੰਗ ਜਿਹੜੀ ਹੈ ਨਾ ਆਨਗੋਇੰਗ ਰਹਿਣੀ ਚਾਹੀਦੀ ਹੈ। ਹੂੰ ਜੇ ਆਪਾਂ ਮਤਲਬ ਇੱਕ ਪੋਡਕਾਸਟ ਦੇ ਵਿੱਚ ਸਾਰੇ ਸੋਲੂਸ਼ਨ ਦੇ ਦਾਂਗੇ ਤਾਂ ਪਹਿਲੀ ਗੱਲ ਤਾਂ ਇਹ ਉਹ ਸੋਲੂਸ਼ਨ ਐਪਲੀਕੇਬਲ ਹੋਣੇ ਨਹੀਂ ਹੈਗੇ। ਹਾਂ ਜੇ ਆਪਾਂ ਹਰ ਇਵੈਂਟ ਤੇ ਬੰਦਾ ਆਏਗਾ, ਹਾਂਜੀ ਕਿਉਂਕਿ ਹਾਂਜੀ ਤੁਸੀਂ ਕਿਸੇ ਦੇ ਬੇਟੇ ਵੀ ਹੋ, ਤੁਸੀਂ ਬ੍ਰਦਰ ਵੀ ਹੋ, ਹਸਬੈਂਡ ਹੈ ਨਾ, ਤੁਸੀਂ ਹਸਬੈਂਡ ਵੀ ਹੋ, ਤੇ ਉਹ ਹਰ ਰਿਲੇਸ਼ਨ ਤੋਂ ਤੁਸੀਂ ਸੁਣਦੇ ਚਲੇ ਜਾਓਗੇ, ਅਲੱਗ-ਅਲੱਗ ਕੇਸ ਸਟੱਡੀਜ਼ ਦੇਖਦੇ ਚਲੇ ਜਾਓਗੇ, ਆਟੋਮੈਟਿਕਲੀ ਇੰਪਰੂਵਮੈਂਟ ਜਿਹੜਾ ਕਰਨ ਵਾਲਾ ਉਹ ਕਰਦਾ ਚਲਾ ਜਾਏਗਾ। ਇਹਦੇ ਕਿਆ ਚ ਇੱਕ ਚੀਜ਼ ਹੈ, ਜਿੱਦਾਂ ਇਹਨਾਂ ਨੇ ਕਿਹਾ ਨਾ, ਜਿੱਦਾਂ ਅਸੀਂ ਨੈਕਸਟ ਸੈਮੀਨਾਰ ਪੇਰੈਂਟਸ ਔਰ ਬੱਚਿਆਂ ਦਾ ਲੈ ਕੇ ਆਵਾਂਗੇ, ਮੇਬੀ ਹੂੰ ਫਾਦਰ ਔਰ ਸਨ ਦਾ। ਜਿਹੜਾ ਬੰਦਾ ਹੈ ਨਾ ਵਿੱਚ, ਜੋ ਮੈਰਿਜੇਬਲ ਚ ਲੜਕਾ ਹੁੰਦਾ ਹੈ, ਉਹ ਹੀ ਹੈਜ਼ ਟੂ ਲਰਨ ਬੇਸਿਕਲੀ ਬ੍ਰਿਜਿੰਗ। ਓਕੇ ਔਰ ਪੇਰੈਂਟਸ ਦੇ ਲਈ ਤਾਂ ਜ਼ਰੂਰੀ ਹੁੰਦਾ ਬੱਚਿਆਂ ਨੂੰ ਸਪੇਸ ਦੇਣਾ, ਪਰ ਬੱਚਿਆਂ ਲਈ ਅੰਡਰਸਟੈਂਡ ਕਰਨਾ ਹੁੰਦਾ ਕਿ ਉਸ ਸਪੇਸ ਨੂੰ ਯੂਜ਼ ਕਿਵੇਂ ਕਰਨਾ। ਬਟ ਉਹੀ ਸਿਖਾ ਸਕਣ ਜਿਹੜੇ ਆਲਰੇਡੀ ਇਹ ਚੀਜ਼ ਕਰ ਰਹੇ ਹੈ। ਰਾਈਟ ਮੇਬੀ ਕਿਸੇ ਨਾ ਕਿਸੇ ਸੈਮੀਨਾਰ ਚੋਂ ਕਵਰ ਕੀਤਾ ਜਾਏਗਾ। Okay. ਯੂਅਰ ਪੁਆਇੰਟ ਇਜ਼ ਵੈਰੀ ਮਚ ਵੈਲਿਡ। ਰਾਈਟ ਮਤਲਬ ਇਹਨਾਂ ਕੋਲ ਨਾ ਜਿਹੜੀ ਵੀ ਟੌਪਿਕਸ ਤੇ ਗੱਲ ਹੋਣੀ ਆ ਤੇ ਵਿਦ ਐਗਜ਼ਾਮਪਲਸ ਹੋਣੀ ਆ, ਮਤਲਬ ਹਵਾ 'ਚ ਤੀਰ ਨਹੀਂ ਵੱਜਣੇ ਹੈਗੇ, ਵਿਦ ਐਗਜ਼ਾਮਪਲਸ ਜਿਹੜੀਆਂ ਫੈਮਲੀਜ਼ 'ਚ ਸੋਲੂਸ਼ਨ ਹੋਏ ਨੇ ਉਹ ਲੈ ਕੇ ਆ ਰਹੇ ਨੇ ਮੈਮ ਹੁਣੀ। ਸੋ ਸਰ ਆਪਾਂ ਗੱਲ ਕਰ ਰਹੇ ਸੀਗੇ ਕਿ ਤੁਸੀਂ ਪ੍ਰੋਪਰ ਸਰਵੇ ਕੀਤਾ ਨਾ ਇਸ ਚੀਜ਼ ਬਾਰੇ, ਤੇ ਫਿਰ ਸਰਵੇ ਦੇ ਵਿੱਚ ਤੁਹਾਨੂੰ ਕੀ ਕੀ ਦੇਖਣ ਨੂੰ ਮਿਲਿਆ? ਦੱਸੋ ਜੀ। ਸਰਵੇ ਦੇ ਵਿੱਚ ਐਕਚੁਅਲੀ ਇਹ ਸੌਰੀ ਟੂ ਇੰਟਰਰਪਟ, ਜਿਹੜਾ ਸਰਵੇ ਕੀਤਾ ਸੀਗਾ ਮੈਂ ਤੇ ਆਨਲਾਈਨ ਕੀਤਾ ਸੀਗਾ, ਪਰ ਇਹਨਾਂ ਨੇ ਫਿਜ਼ੀਕਲ ਵਰਲਡ 'ਚ ਕੀਤਾ ਸੀਗਾ, ਤਾਂ ਆਈ ਥਿੰਕ ਸ਼ੀ ਕੈਨ ਟੈਲ ਬੈਟਰ। ਇਹਨਾਂ ਦੇ ਜਿਹੜਾ ਆਨਲਾਈਨ ਸਰਵੇ ਸੀਗਾ ਉਹਦੇ ਚ ਬੜਾ ਅੱਛਾ ਰਿਹਾ, ਜਿਹਦੇ ਚ ਇਹਨਾਂ ਨੇ ਲੋਕਾਂ ਨੂੰ ਪੁੱਛਿਆ ਕਿ ਇਹਦੇ ਬਾਰੇ ਕੀ ਵਿਊਜ਼ ਹੈ ਜਾਂ ਕਿੱਦਾਂ, ਤੇ ਹੀ ਗੈਟ ਅ ਗੁੱਡ ਰਿਸਪੌਂਸ ਓਵਰ देयर, ਕਿਉਂਕਿ Okay. ਰਿਸਪੌਂਸ ਆ ਜਾਂਦੀ है ਅਸੀਂ कितना ਦਾ सेमिनार करें, ਉਹਦੇ ਬਾਰੇ इन्होंने सारा कुछ किया। जब मैंने इसका सर्वे किया तो मुझे ये समझ में आया कि अलग अलग लोगों के साथ किया, हर एज ग्रुप के साथ किया, अनमैरिड के साथ किया, कपल्स के साथ किया, एज लोगों के साथ किया। क्या जब एज लोगों के साथ किया तो उन्होंने कहा हाँ ये एक बहुत बड़ा चैलेंज है, क्योंकि कई फैमिलीज में क्या हो रहा है कि बड़े इस कंसेप्ट को समझ आते हैं, बच्चे नहीं समझते। बड़े ऐसे मैच्योर हो जाते हैं कि उनको स्पेस दे देते हैं, बट बच्चे उनको समझ नहीं आता कि उस स्पेस का मैंने इस्तेमाल कैसे करना है राइट ना। तो कई जगह उनको स्पेस नहीं मिलती। सो दोनों चीज़ों को एक अंडरस्टैंड करने की बात है। तो लोगों के अलग अलग व्यूज़ सामने आए। तो जैसे मैंने एक यंगस्टर के साथ बात की, ही सेड कि मैम इससे अच्छा टॉपिक कोई हो ही नहीं सकता, आप मुझे बताओ मैं अभी 20 बंदे इकट्ठे कर वो देता ज्यादा दुखी होना है। हूँ। ही इज नॉट मैरिड इवन। ही ओके सेड जैसे बात हुई कि बच्चे शादी ही नहीं कराना चाहते, कारण है कि कुछ ना कुछ उनके आसपास हुआ होता है, देख के डर जाता और बंदा। इवन सम टाइम अपने फैमिली में देखा होता है, बट वो फैमिली में पेरेंट्स की जो हम अभी बात करें कि ची ची चैं चैं तो चलनी है, जिंदगी है ये, है ना, चूं चूं चलनी है। वो उस चूं चूं को लड़ाई समझ लेते हैं और उससे डर जाते हैं। वो ये नहीं देखते कि उसके बावजूद भी वो इकट्ठे हैं। प्लस पॉइंट भी बहुत होते हैं। हाँ, प्लस पॉइंट बहुत है। तो कई बार क्योंकि टाइम उनको इतना कि देखने का मिलता है, वो सिर्फ नेगेटिव ही देख पाते हैं। इवन जब मैंने उस यंग लड़के से बात की, ही सेड कि मैंने कहा मैंने आगे कहीं जाना है, मेरा कुछ काम है। ही सेड कि आप वापस आ जाओ, मैं 20 बच्चे बुला के रखता हूँ। क्या बात है। आप मुझे बताओ, मैं अपने कॉलेज में सेमिनार कराना चाहता हूँ। हाँ, हमने इस तरीके के सर्वे किए हैं जहाँ पे लोग हमें कह रहे हैं कि आप हमारे यूनिट में आइए, आप इसके ऊपर लेक्चर दीजिए। हम्म, अभी हो सकता है आने वाले टाइम में वो चीज़ें हों, बट सर्वे के दौरान
ये बहुत सारी चीज़ें सामने आई। यही चीज़ तब भी सामने आई कि लोग चाहते हैं पर ना उनके पास कोई मेंटरिंग के लिए है, ना कोई समझाने के लिए है सम टाइम। फिर वो क्या है कि वो किसी न किसी गलत रास्ते पे चल जाते हैं हुँ, या लाइफ में गलत हो जाता है। तो कुछ केसेज़ ऐसे सामने आए, लगता था कि ये तो इनकी इतनी अच्छी कंपैटिबिलिटी है, यहाँ पे क्यों प्रॉब्लम आ गई? हुँ, पर जब समझने की कोशिश करते हैं, घुसते घुसते हैं उस चीज़ में, तो कुछ नज़र ही नहीं आता। तो लगा कि नहीं, हम किसी के पास शायद कोई प्रॉब्लम है ही नहीं है और सॉल्यूशन भी शायद सबके पास है। क्या बात सिर्फ़ ये है कि जब हम बात करते हैं, क्योंकि मेरे को लगता है कि जो हम एक-दूसरे की लाइफ़ से सीखते हैं ना, हुँ, वो और हम कहीं से नहीं सीख सकते। राइट, कोई स्कूल, कॉलेज नहीं सिखा सकता। प्रैक्टिकल वो प्रैक्टिकल। प्रैक्टिकल है। तो ये जो चीज़ें हम कर रहे हैं, कोई ऐसे नहीं कि हम किसी सेलिब्रिटी को बुला रहे हैं, हम वो भी बुला सकते थे। बट नहीं, यहाँ पे रियल टाइम हीरोज़ कॉमन होंगे। कॉमन मैन। कॉमन मैन रियल टाइम हीरो होंगे। बिकॉज़ उसमें क्या है कि उन्होंने लाइफ़ को एक्सपीरियंस किया है। जंप करके नहीं पहुँचे, बिकॉज़ हर चीज़ में से निकल के गए हुए हैं वो। हमने उनके बच्चों को देखा है, वो कहाँ से कहाँ पहुँचे हैं, कैसे हैं। हुँ, सो एक वहाँ पे समझ में आता है, एक बड़ी छोटी-सी एग्ज़ाम्पल है। मैं कभी किसी ने मुझे ऐसे बुक कोई रिकमेंड की, मैंने वो बुक पढ़ी, मुझे अच्छी लगी। आई गेव इट टू वन ऑफ माय फ्रेंड, ऐसे ही, क्योंकि मेरे को था भी जब भी कोई अच्छी थॉट है या चीज़ें दे दो। उसने आगे किसी को दी हुँ, एंड ही वाज़ लॉयर। उन्होंने अपने किसी क्लाइंट को दे दी। दे वर ऑन द डिवोर्स एज। हाँ, हुँ, मुझे वो नहीं जानते, ना मुझे वो लॉयर जानता है, ना मुझे वो उनका क्लाइंट जानता है। हुँ, बट मुझे 5 जनों से घूम के मेरे पास एक थैंक यू कार्ड आया था फॉर दैट बुक। क्या बात है! सो आई फ़ील कि शायद मैंने वो एक बुक दे के किसी के एक ज़िंदगी को बचा लिया या कंट्रीब्यूट कर लिया। तो जिन कपल्स को हम सामने लेके आ रहे हैं, उन्होंने ऐसे बहुत सारे लोगों की लाइफ़ को टच किया है, हुँ, हुँ, जो कि हम जानते हैं। बट मेरे को लगता है ये छोटी-छोटी फाइन ट्यूनिंग है जिसको हम लेके आएँगे। बट सर्वे के दौरान शायद मैंने पहले लगता था कि हम आपस में ही जानते हैं या कुछ लोगों को जानते हैं। हुँ, बट सर्वे के दौरान जो मेरा पर्सपेक्टिव है या मेरा लोगों को जानना था ना, वो बहुत बढ़ गया। मुझे लगा कि मैंने लोगों को और बेटर अच्छे से समझ पाई हूँ मैं। हुँ, बिल्कुल। आके मैंने बहुत सारी चीज़ें डिस्कस की। फिर हुँ, हमें लगा कि नहीं यार, जितना कुछ सर्वे में हम घुसते गए, लगा फिर तो होता ना, जैसे आप कह रहे थे फटाफट आपको चलो। चैनल में कोई चैलेंज नहीं या हुँ, कुछ, हुँ, फिर हुँ, लगा नहीं यार, ये तो करना ही है। हुँ, हुँ, इसकी ज़रूरत है, ये करते हैं। क्या बात है! एक देखो, हम दोनों वर्किंग हैं, पैसा कमाते हैं, काम करते हैं। बट कहते हैं ना, कुछ काम करके आपको एक इंटरनल सैटिस्फैक्शन हुँ, मिलती है। ये शायद हम उसके लिए कर रहे हुँ, हैं। ट्रू। भी लगता है कि कुछ किसी की लाइफ में कुछ कंट्रीब्यूट हो जाए, किसी के थ्रू हो जाए। हम एक ज़रिया बन रहे हैं उस चीज़ का, बट कंट्रीब्यूट सब जन एक-दूसरे की लाइफ क्या में ही करेंगे। बहुत ਵਧੀਆ ਕੰਮ ਆ हाँ। वैसे में, बहुत ਵਧੀਆ। और मैं एक बात बताऊँ आपको, इसका अभी प्री लॉन्च ही पीरियड चल रहा है। ओके, लॉन्चिंग इसकी 2-3 दिन में हमारी जब ऐप हुँ, मतलब लाइव होगी। कल या परसों तक लाइव हो जाएगी, ओके, एप्पल पे भी और एंड्रॉयड पे भी। तो उसके बाद लोग एप्पल मोबाइल एप्लीकेशन के थ्रू भी बुकिंग कर सकते हैं। बुक ओके, माई शो पे तो अभी कर ही सकते हैं। सो ये प्री लॉन्च पीरियड में इतनी एक्साइटमेंट है कि क्लोज टू 100 रजिस्ट्रेशंस हम ऑलरेडी कर चुके हैं। क्या आप खुद बात है! देखो। हजे तो अभी ऑलमोस्ट महीना पिया, महीना डेढ़ महीना ही पिया ऑलमोस्ट। डेढ़ हाँ महीना जी। पे है, डेढ़ की 2 महीने पे है जी, 25 हाँ, फरवरी है। हाँ 2 महीने हो गए 2 ऑलमोस्ट। ਮਹੀਨੇ ਪਏ ਆ ਆਲਮੋਸਟ ਤੇ 100 ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਵਿਦਆਊਟ ਐਨੀ ਐਡਵਰਟਾਈਜ਼ਮੈਂਟ ਵਿਦਆਊਟ ਐਨੀ ਕੈਂਪੇਨ ਸਿਰਫ ਆਪਾਂ ਜਿਹਦੇ ਨਾਲ ਜਿੱਦਾਂ ਤੁਹਾਡੇ ਨਾਲ ਬੈਠੇ ਆ ਤੁਹਾਨੂੰ ਕਨਸੈਪਟ ਦੱਸਿਆ ਆਈ ਐਮ ਰਾਈਟ, ਸ਼ੋਰ ਤੁਸੀਂ ਇਹਨੂੰ ਇੱਕ ਵਾਰੀ ਐਕਸਪੀਰੀਅੰਸ ਕਰਨਾ ਚਾਹੋਗੇ क्या ਇਸੇ बात है! ਤਰੀਕੇ ਨਾਲ ਜਿਹਦੇ ਨਾਲ ਵੀ ਬੈਠਦੇ ਆ ਆਪਾਂ ਕਪਲ ਸਰ ਹੈ ਤਾਂ ਹੈ ਕਿਉਂਕਿ ਪਤਾ ਉਹਨਾਂ ਨੂੰ ਵੀ ਹੁੰਦਾ ਕਿ ਮੂੰਹ ਸਿਰ ਸਾਡੀ ਲੜਾਈ ਦਾ हुँ, ਕੁਝ ਨਹੀਂ ਹੈਗਾ। ਉਹਨਾਂ ਨੂੰ ਵੀ ਬਸ ਪਤਾ ਹੁੰਦਾ। ਇੱਕ ਪੁਆਇੰਟ ਇਹ ਹੈ ਕਿ ਇਕੋਸਿਸਟਮ ਦਾ ਦੱਸਣ ਹਿੱਸਾ ਵਾਲਾ ਹੋ ਨਹੀਂ ਜਾਣਾ ਹੈਗਾ, ਜੀ ਹੱਲ ਆਪਾਂ ਨਹੀਂ ਬਸ ਹੈਗਾ ਕਿਸੇ ਕੋਲ। ਕਹਿਣ ਮਤਲਬ ਆਪਾਂ ਇੱਕ ਐਸੇ ਇਕੋਸਿਸਟਮ ਦਾ ਹਿੱਸਾ ਹੋਣ ਜਾ ਰਹੇ ਆ ਇੱਕ ਫੈਮਿਲੀ ਬਣ ਜਾਊਗੀ ਆਪਣੀ 2-250 ਕਪਲਸ ਦੀ ਉਸ ਫੈਮਿਲੀ ਦੇ ਵਿੱਚ ਤੁਸੀਂ ਬਾਰ-ਬਾਰ ਜਦੋਂ ਜਾਂਦੇ ਰਹਿੰਦੇ ਹੋ ਕਹਿੰਦੇ ਨਾ ਯੂ ਰਬ ਸ਼ੋਲਡਰ ਵਿਦ ਦ ਰਾਈਟ ਪੀਪਲ ਤੇ ਤੁਹਾਡੀ ਹੂੰ, ਆਪਣੇ ਆਪ ਇੱਕ ਸੰਗਤ ਦਾ ਵਾਲੇ ਅਸਰ ਪਾਸੋਂ ਪੈਂਦਾ ਸੰਗਤ ਦਾ ਪੰਜਾਬੀ ਚ ਅਸਰ ਹੋ ਕਹ ਲਈਏ। ਜਾਂਦਾ ਹੈ। हाँ ਆਪਾਂ ਹਾਂਜੀ, जी। ਉਦਾਂ ਦਾ संगति इकोसिस्टम रंगत। ਆਪਾਂ ਉਦਾਂ ਦੀ संगत एक बनाना चाह रहे हैं। दूसरी बात पता है क्या है? जब हम जैसे लोगों के साथ जैसे आपने बोला ना, हुँ, संगत की रंगत वो बहुत ज़्यादा मैटर करती है। ਹਾਂਜੀ, ਹਾਂਜੀ। तो जब हम उस माहौल में रहते हैं, हम बाय डिफ़ॉल्ट वो चीज़ें आप में आना शुरू हो जाती हुँ, हैं। और आज की डेट में फैमिलीज़ छोटी हैं, बहुत सारे लोगों की लाइफ़ में लोनलीनेस है। हुँ, तो हुँ, मुझे लगता है कि उनको एक एक्सटेंडेड फैमिली मिल मिलेगी। जाएगी। कुछ लोग ऐसे होंगे उनकी शायद लॉन्ग लाइफ़ एक फ्रेंड्स रिलेशनशिप्स बन जाएँगी। हुँ, क्योंकि जब हम इकट्ठे रहते हैं तो हमारा सोच सेम, थॉट्स सही। सेम हो जाती हैं, तो मेरे को लगता है वही एक फैमिली है, बिल्कुल, वही एक रिश्ता बन जाता है। तो वो रिश्ते शायद पता नहीं कहाँ से कहाँ क्या पहुँच बात जाएँगे। है! हमारा ये पर्सपेक्टिव है कि हम अगर कुछ लोगों की लाइफ में इसके हुँ, थ्रू कुछ कंट्रीब्यूट कर पाए तो हमारा पर्पस हो गया। एब्सोल्यूटली,
that is our satisfaction of heart. ਕੀ ਬਾਤ ਤੋ ਇਹ ਇਵੈਂਟ ਦੀ ਡੇਟ ਤੁਸੀਂ ਨੋਟ ਕਰ ਸਕਦੇ ਹੋ 25 ਫੈਬਰਰੀ 2:30 ਵਜੇ ਦਾ ਟਾਈਮ ਹੈਗਾ ਨਿਰਵਾਣਾ ਕਲੱਬ ਹਮੜਾ ਰੋਡ ਤੇ ਹੈ ਉੱਥੇ ਆਪਾਂ ਇਹ ਕਰ ਰਹੇ ਹਾਂ ਮੈਂ ਨਾ ਡਿਸਕ੍ਰਿਪਸ਼ਨ ਦੇ ਵਿੱਚ ਸਾਰਾ ਕੁਝ ਮੈਂਸ਼ਨ ਕਰ ਦੂੰਗਾ ਡਿਟੇਲਸ ਵਗੈਰਾ ਤੇ ਸਕਰੀਨ ਤੇ ਵੀ ਆ ਜੂਗੀਆਂ ਤੇ ਸਰ ਆਪਣਾ ਆਫਿਸ ਬਾਰੇ ਵੀ ਥੋੜਾ ਸਾਡਾ ਆਫਿਸ ਓਮੈਕਸ 'ਚ ਹੈਗਾ ਓਮੈਕਸ ਰਾਇਲ ਸਟਰੀਟ ਪਖਵਾਲ ਰੋਡ ਤੇ ਉੱਥੇ ਆਫਿਸ ਹੈ ਸਾਡਾ ਦੋਨਾਂ ਦਾ ਇਕੱਠੇ ਆਫਿਸ ਹੈ ਓਕੇ ਓਕੇ Residence ਵੀ ਅੰਦਰ ਹੀ ਹੈ। ਓਕੇ ਸੋਸਾਇਟੀ 'ਚ ਰੈਜ਼ੀਡੈਂਸ ਅੱਛਾ ਇਹ ਬਿਜ਼ਨਸ ਵੀ ਉੱਥੇ ਹੀ ਹੁੰਦਾ ਤੇ ਦੂਜਾ ਵੀ ਇੱਥੇ ਇਹ ਉੱਥੇ ਹੀ ਸ਼ੁਰੂ ਕੀਤਾ ਨਾ ਇਹ ਤਾਂ ਹੁਣ Okay. ਉੱਥੇ ਹੀ ਸ਼ੁਰੂ ਕੀਤਾ ਕਿਉਂਕਿ ਸਾਡਾ ਜਿਹੜਾ ਕੋਰ ਬਿਜ਼ਨਸ ਹੈ ਉਹ ਤਾਂ ਓਮੈਕਸ 'ਚ ਆਫਿਸ ਸੇਮ ਹੀ ਹੈਗਾ ਉਸੇ ਆਫਿਸ ਦੇ ਵਿੱਚ ਹੀ ਆਪਾਂ ਇਹ ਵਾਲਾ ਬਿਜ਼ਨਸ ਜਿਹੜਾ ਹੈਗਾ Okay, ਰਜਿਸਟਰ okay. ਕਰਾਇਆ ਐਨੀਵੇ ਐਂਟਰਪ੍ਰਾਈਜ਼ਸ ਸਾਡੀ ਕੰਪਨੀ ਦਾ ਨਾਮ ਹੈ ਇਸ ਬਿਜ਼ਨਸ ਵਾਸਤੇ ਜਿਹੜੀ ਹੈ ਓਕੇ ਓਕੇ ਔਰ ਦਿਲ ਸੇ ਫੈਮਿਲੀ ਬ੍ਰਾਂਡ ਹੈ dilsefamily.in ਵੈਬਸਾਈਟ ਦਿਲ ਸੇ ਫੈਮਿਲੀ ਦੇ ਨਾਮ ਤੇ ਤੁਸੀਂ ਸਰਚ ਕਰੋਗੇ ਗੂਗਲ ਤੇ ਪਲੇ ਸਟੋਰ ਤੇ ਐਪਲ ਤੇ ਇੰਸਟਾਗ੍ਰਾਮ ਤੇ ਸਭ ਜਗ੍ਹਾ ਤੁਹਾਨੂੰ ਸਾਡੇ ਆਫਿਸਿਸ ਦਾ ਇੱਕ ਕਾਮਨ ਏਰੀਆ that is our ਫੈਮਿਲੀ ਮਤਲਬ ਕਾਫੀ ਲਾਂਚ ਇਹ ਓਕੇ ਕਾਫੀ ਲਾਂਚ ਚ ਬੈਠ ਕੇ ਹੀ ਲਾਂਚ ਹੋਇਆ है ਹਾਂ ਉੱਥੇ ਹੀ यहाँ से ਫਾਈਨਲ Yeah. ਵਧੀਆ, ਫਾਈਨਲ ਵਧੀਆ, ਡਿਸੀਜਨ ਵਧੀਆ। ਦਾ ਉੱਥੇ ਹੀ ਹੋਇਆ ਸੀਗਾ हाँ वहीं बैठ के डिसीजन हुआ वहीं बैठ के डिस्कशंस हुई है सो हम सबके साथ दिल से कनेक्ट होना चाहते क्या हैं बात। दैट इज अवर थॉट ਨਹੀਂ ਸਰ ਇਹਦੇ ਵਿੱਚ ਜਦੋਂ ਬੰਦਾ ਆਂਦਾ ਵੀ ਆ ਨਾ ਬੰਦਾ ਪਹਿਲਾਂ ਆਪ ਵੀ ਕਾਫੀ ਪ੍ਰੋਬਲਮਸ ਤੋਂ ਨਿਕਲਿਆ ਹੁੰਦਾ ਹੰਡਿਆ ਬੰਦਾ ਹੀ ਇਹ ਕੰਮ ਕਰ ਸਕਦਾ ਉਦੋਂ ਵੀ ਕਿਸੇ ਨੂੰ ਆਪਾਂ ਸਮਝਾਉਣਾ ਕੋਈ ਵੀ ਟੌਪਿਕ ਪਹਿਲਾਂ ਬੰਦਾ ਆਪ ਹੰਡਿਆ ਹੁੰਦਾ ਨਾ ਫੇਰ ਹੀ ਸਮਝਾ ਪਾਉਂਦਾ ਵਾ ਬਿਲਕੁਲ ਤੇ ਜਿਸ ਸਾਨੂੰ ਤੁਸੀਂ ਗੱਲ ਕਰਿਓ ਆਰਾਮ ਨਾਲ ਪੋਲਾਈਟਲੀ ਹੈ ਨਾ ਮਤਲਬ ਲੱਗ ਰਿਹਾ ਕਿ ਹਾਂ ਕੋਈ ਮਤਲਬ ਪੜ੍ਹੇ ਮਤਲਬ ਪੂਰਾ ਕੀ ਕਹਿੰਦੇ ਹੁੰਦੇ ਆ ਡੁੱਬੇ ਪ੍ਰੋਪਰ ਹੰਡਿਆ ਹੋਇਆ ਬੰਦਾ ਹੀ ਆਇਆ ਹਨਾ ਇੱਥੇ ਪ੍ਰੋਪਰ ਗੱਲ ਕਰ ਰਿਹਾ ਹਾਂ। ਤੇ ਫਿਰ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਹਨਾ ਅਸੀਂ ਪਹਿਲਾਂ ਡਿਸਕਸ ਕਰ ਰਹੇ ਸੀਗੇ ਕਿ ਅਸੀਂ ਨਾ ਸ਼ਾਰਟ ਰੱਖਾਂਗੇ ਮਤਲਬ ਗੱਲਾਂ ਕਰੀਏ ਪਤਾ ਨਹੀਂ ਲੱਗਿਆ ਟਾਈਮ ਦਾ ਕਦੋਂ ਇੱਥੇ ਤੱਕ ਪਹੁੰਚ ਗਿਆ ਤੇ ਜੇ ਇੱਥੇ ਇੰਨਾ ਮਜ਼ਾ ਆ ਰਿਹਾ ਤੇ ਜਿੱਥੇ ਇਹਨਾਂ ਨੇ ਸਿਖਾਉਣਾ ਵਾ ਤੇ ਆਪਾਂ ਨੂੰ ਇੰਨੀ ਵਧੀਆ ਗੱਲਾਂ ਦੱਸਣੀਆਂ ਨੇ ਉੱਥੇ ਕਿੰਨਾ ਮਜ਼ਾ ਆਊਗਾ ਤੇ ਸਰ ਤੁਸੀਂ এনवायरमेंट ਵੀ ਕਹਿੰਦੇ ਸੀ ਨਾ ਉੱਥੇ ਦਾ ਕਾਫੀ ਪੋਜ਼ਿਟਿਵ ਹੋਣ ਵਾਲਾ ਬਹੁਤ ਪੋਜ਼ਿਟਿਵ এনवायरमेंट ਦੇਖੋ ਜਿਹੜਾ ਵੀ ਬੰਦਾ ਉੱਥੇ ਆ ਰਿਹਾ ਨਾ ਇੱਕ ਪ੍ਰੋਗਰੈਸਿਵ ਥਾਟ ਵਾਲਾ ਬੰਦਾ ਹੀ ਉੱਥੇ ਆਏਗਾ ਮਤਲਬ ਕਿ ਜਿਹੜਾ ਲਾਈਫ 'ਚ ਇੰਪਰੂਵ ਕਰਨਾ ਚਾਹੁੰਦਾ ਹੈ ਆਪਣੇ ਰਿਸ਼ਤਿਆਂ ਨੂੰ ਸਟਰੋਂਗ ਕਰਨਾ ਚਾਹੁੰਦਾ ਹੈ ਹੁਣ ਜਿਹੜਾ ਬੰਦਾ ਇਹ ਸੋਚ ਵਾਲਾ ਉੱਥੇ ਆ ਰਿਹਾ ਹੈ ਸਾਰੇ ਮੰਨ ਲਓ 500 ਬੰਦੇ 300 ਬੰਦੇ ਜਿਹੜੇ ਉਹ ਸੋਚ ਵਾਲੇ ਹੋਣਗੇ এনवायरमेंट ਆਪਣੇ ਆਪ ਪੋਜ਼ਿਟਿਵ ਹੋ ਜਾਏਗਾ ਬਿਲਕੁਲ ਨੈਗੇਟਿਵ ਸੋਚ ਵਾਲਾ ਬੰਦਾ ਤਾਂ ਉੱਥੇ ਪਹੁੰਚ ਪਾਣਾ ਹੀ ਔਖਾ ਹੋ ਹੂੰ सर ज्यादा डिसीजन ही नहीं ਜਦੋਂ लेगा। ਬੰਦਾ- ਡਿਸੀਜਨ ਲੈ ਪਾਏਗਾ ਉਹ ਤਾਂ ਜੇ ਨੈਗੇਟਿਵ ਹੈਗਾ ਵੀ ਆ ਮੇਰੇ ਹਿਸਾਬ ਨਾਲ ਜਦੋਂ ਐਂਟਰ ਕਰੂਗਾ ਨਾ ਉਹ ਆਪਣੇ ਆਪ ਹੋ ਉਹ ਜਾਏਗਾ। ਸਾਰਾ ਕੁਝ ਔਰਾ ਹੀ ਚੇਂਜ ਹੋ ਜਾਣਾ ਕਿਉਂਕਿ ਬੰਦਾ ਸਿਸਟਮ ਬਾਕੀ ਚੇਂਜ ਹੋ ਜਾਣਾ 90% ਬੰਦੇ ਉੱਥੇ ਉਹੀ ਜਾਣੇ ਆ ਜਿਹੜੇ ਲਾਈਫ ਦੇ ਵਿੱਚ ਖੁਸ਼ ਹੈ ਤੇ ਹੋਰ ਖੁਸ਼ ਹੋਣਾ ਚਾਹੁੰਦੇ ਆ ਹੂੰ ਜ਼ਿਆਦਾਤਰ ਬੰਦੇ ਉੱਥੇ ਉਹੀ ਮਿਲਣਗੇ ਤੇ ਜਿਹੜੇ ਕੁਝ ਆਪਣੇ ਸੋਲੂਸ਼ਨ ਲੱਭਣਾ ਚਾਹੁੰਦੇ ਆ ਡੈਫੀਨਿਟਲੀ ਮੋਸਟ ਜ਼ਿਆਦਾਤਰ ਵੈਲਕਮ ਉੱਥੇ ਆਣ ਲਾਈਫ 'ਚ ਸਿਰਫ ਚੂੰ ਚੂੰ ਚੈਂ ਚੈਂ ਹਲਕੀ ਜਿਹੀ ਹੈ ਉਹ ਸਭ ਦੀ ਲਾਈਫ 'ਚ ਹੀ ਹੈ ਜਦੋਂ ਹੂੰ। ਉੱਥੇ ਬੰਦੇ ਨੂੰ ਲੱਗਦਾ ਕਿ ਇਹ ਤਾਂ ਕੁਝ ਵੀ ਨਹੀਂ ਹੈ ਤੇ ਬਾਈ ਜੇ ਤੈਨੂੰ ਲੱਗਦਾ ਨਾ ਤੂੰ ਸਹੀ ਆ ਤੇ ਤੁਹਾਡੀ ਵਾਈਫ ਗਲਤ ਆ ਹੂੰ। ਕੋਈ ਚੱਕਰ ਨਹੀਂ ਗਾ ਗਲਤ ਆ ਨਾ ਤੂੰ ਇੱਕ ਵਾਰੀ ਜਾਈ ਜ਼ਰੂਰ ਜਾਣਾ ਤੁਸੀਂ ਇੱਕ ਵਾਰੀ ਜ਼ਰੂਰ ਆ ਤੁਹਾਨੂੰ ਪਤਾ ਲੱਗ ਜਾਣਾ ਕੌਣ ਸਹੀ ਆ ਤੇ ਕੌਣ ਗਲਤ ਆ ਕਿਉਂ ਸਰ ਨਹੀਂ ਸਹੀ ਗੱਲ ਚਲੋ ਕੁਝ ਕੀ ਵੀ ਕਹਿ ਨਹੀਂ ਹੁੰਦਾ ਸਕਦੇ ਆ ਦੇਖੋ ਸਹੀ ਮਤਲਬ ਗਲਤ ਨਹੀਂ ਹੁੰਦਾ ਇੱਕ ਕਲੀਅਰ But ਇੱਕ ਕਲੈਰਿਟੀ ਹੋ ਜਾਂਦੀ ਹੈ ਕਿ ਹੋ ਜਾਂਦੀ ਦੋਨੋਂ ਹੈ। ਇੱਕ ਲੈਵਲ ਤੇ ਨੇ ਹਾਂ, ਇਦਾਂ ਨਹੀਂ ਹੈਗਾ ਬਰਾਬਰ ਆ ਜੋ ਹੈਗਾ ਹਾਂ। ਬਿਲਕੁਲ ਅਸੀਂ ਕਹਿੰਦੇ ਆ ਨਾ ਕਿ ਇਸ ਲਾਈਫ ਪਾਰਟਨਰ ਬਰਾਬਰ ਅਗਰ ਅਸੀਂ ਬਰਾਬਰ ਬੈਠਾਂਗੇ ਤਾਂ ਹੀ ਉਹ ਗੱਡੀ ਠੀਕ ਚੱਲੇਗੀ ਬਿਲਕੁਲ ਸਹੀ ਬਿਲਕੁਲ ਸਹੀ। ਸੋ ਜ਼ਰੂਰ ਆਓ ਤਾਂ ਕਿ ਤੁਸੀਂ ਐਜ਼ ਅ ਕਪਲ ਆਓ ਐਜ਼ ਅ ਤੇ ਕਪਲ ਆਓ ਉਹ ਜ਼ਿਆਦਾ ਮਜ਼ਾ ਆਏਗਾ ਤੁਸੀਂ ਹਾਂਜੀ, ਉਹਨੂੰ ਇਹ ਨਾ ਉਹ ਇਕੱਲੇ ਆ ਜਾਓ ਫਿਰ ਕੋ ਫਿਰ ਮੈਂ ਸਹੀ ਆ ਫਿਰ- ਇਦਾਂ ਨਹੀਂ ਚੱਲਣੀ ਇਕੱਲੇ ਇਕੱਲੇ ਆ ਕੇ ਹਾਂ। ਹੋ ਯਾਰ ਮੈਂ ਤੇ ਗਲਤੀ ਕਰਤੀ ਔਰ ਡੈਫੀਨਿਟਲੀ ਤੁਸੀਂ ਅਗਰ ਇਕੱਲੇ ਆਓਗੇ ਅਗਰ ਸ਼ਾਦੀशुदा ਹੋ ਔਰ ਇਕੱਲੇ ਆਓਗੇ ਤੁਸੀਂ ਜਦੋਂ ਹਾਲ ਛੱਡ ਕੇ ਜਾਓਗੇ ਤੁਸੀਂ ਜ਼ਰੂਰ ਸੋਚੋਗੇ ਯਾਰ ਕਾਸ਼ ਮੈਂ ਆਪਣੀ ਬੈਟਰ ਹਾਫ ਨੂੰ ਲੈ ਆਇਆ Right. ਹੁੰਦਾ ਕਿਉਂਕਿ ਦੁਬਾਰਾ ਕਪਲ ਵਾਲਾ ਇਵੈਂਟ ਜਿਹੜਾ ਹੈਗਾ ਫਿਰ 5-6 ਮਹੀਨਿਆਂ ਬਾਅਦ ਦੁਬਾਰਾ ਆਪਾਂ ਰਿਪੀਟ ਕਰ ਪਾਵਾਂਗੇ ਕਿਉਂਕਿ ਬਾਕੀ ਰਿਲੇਸ਼ਨਸ਼ਿਪ ਟੌਪਿਕਸ ਬਹੁਤ ਆ ਰਾਈਟ ਰਾਈਟ So I would highly recommend, don't miss it. It is first time happening ਔਰ ਚਾਂਸ ਦੀ ਗੱਲ ਹੈ ਲੁਧਿਆਣੇ 'ਚ ਹੋ ਰਿਹਾ ਹੈਗਾ ਤੇ ਜ਼ਰੂਰ ਇਹਦਾ ਬੈਨੀਫਿਟ ਉਠਾਓ ਇਹਦੇ 'ਚ ਤੁਸੀਂ Let's ਆਪਣੇ meet. ਜਿਹੜੇ ਇਵਨ ਆਈ शुड ऐड कि जो टीनेज बच्चे हैं जो मैरिजेबल एज पे हैं ਜ਼ਰੂਰ ਲੈ ਕੇ ਆਓ उनको ਉਹਨਾਂ ਨੂੰ जरूर रिकमेंड कीजिए ਫੈਮਿਲੀ ਵੈਲਿਊਜ਼ because ਤਾਂ ਦੇਖੋ they ਹਰੇਕ will ਵਾਸਤੇ ਹੀ get ਹੈਲਪਫੁਲ good ਹੈ vibes over there ਉਹਨਾਂ ਨੂੰ ਬਹੁਤ ਕੁਝ ਇਦਾਂ ਦਾ ਮਿਲੇਗਾ ਜਿਹ 'ਚ ਉਹਨਾਂ 'ਚ ਆਉਣ ਵਾਲੀ ਲਾਈਫ ਸੌਖੀ ਹੋ ਜਾਏਗੀ ਉਹਨਾਂ ਦੀ ਅਗਰ ਸੌਖੀ ਹੋ ਜਾਂਦੀ ਹੈ ਤਾਂ ਮੈਨੂੰ ਲੱਗਦਾ ਐਜ਼ ਅ ਪੇਰੈਂਟਸ ਸਾਡੀ ਸਾਰਿਆਂ ਦੀ ਬਹੁਤ ਅੱਛੀ ਲਾਈਫ ਹੋ ਰਾਈਟ ਜਾਂਦੀ ਹੈ ਰਾਈਟ ਸੋ ਇੱਕ ਬੜੀ ਵੱਡੀ ਕੰਟਰੀਬਿਊਸ਼ਨ ਹੋਏਗੀ ਅਗਰ ਤੁਸੀਂ ਕਿਆ ਆਪਣੇ ਬਾਤ ਹੈ। ਬੱਚਿਆਂ ਨੂੰ ਵੀ ਉੱਥੇ ਆਉਣ ਲਈ ਰਿਕਮੈਂਡ ਕਰੋਗੇ ਸੋ ਵੀਰੇ ਉਮੀਦ ਕਰਦਾ ਤੁਹਾਨੂੰ ਇਹ ਪੋਡਕਾਸਟ ਵਧੀਆ ਲੱਗਿਆ ਹੋਊਗਾ ਤੇ ਜਾਂਦੇ ਹੋਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਸ਼ੇਅਰ ਕਰ ਦਿਓ ਤੇ ਥੈਂਕ ਯੂ